ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰਿੰਪੀ ਸਿੱਧੂ ਤੇ ਮੇਰੇ ਨਾਲ ਤੁਸੀਂ ਜੁੜੇ ਹੋਏ ਹੋ ਟ੍ਰੈਂਡਸੈਟਰ ਪੰਜਾਬੀ ਦੇ ਮੰਚ ਤੇ ਬਚਿੰਤ ਕੌਰ ਦੀ ਸਵੈ ਜੀਵਨੀ ਭਗਤ-ਝੰਡੀਆਂ ਦੇ ਨਾਲ ਬੜੀ ਸੰਜੀਦਗੀ ਨਾਲ ਮੰਨ ਰਹੇ ਹੋ ਤੁਸੀਂ। ਇਸ ਦਾ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਲੇਖਿਕਾ ਤੁਹਾਡੇ ਤੋਂ ਕਿਤੇ ਵੀ ਓਲਾ ਨਹੀਂ ਰੱਖ ਰਹੀ। ਆਪਣੀ ਜ਼ਿੰਦਗੀ ਦੀ ਹਰ ਘਟਨਾ ਨੂੰ ਉਹ ਬੜੀ ਪੁਖਤਗੀ ਦੇ ਨਾਲ ਵਰਕਾ ਕਰਕੇ ਤੁਹਾਡੇ ਅੱਗੇ ਇਮਾਨਦਾਰੀ ਨਾਲ ਪੇਸ਼ ਕਰ ਰਹੀ ਹੈ। 4 ਐਪੀਸੋਡਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਕੀਤਾ ਤੇ ਹਰ ਐਪੀਸੋਡ ਦੀ ਬੜੀ ਸ਼ਿੱਦਤ ਦੇ ਨਾਲ ਇੰਤਜ਼ਾਰ ਕਰ ਰਹੇ ਹੋ। ਸੋ 5ਵਾਂ ਐਪੀਸੋਡ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ। ਪਰ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਪਿਛਲੇ ਐਪੀਸੋਡ ਦੇ ਵਿੱਚ ਮੈਂ 2 ਭਾਗਾਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਸਨ। ਉਹਨਾਂ ਪ੍ਰਸ਼ਨਾਂ ਦੇ ਉੱਤਰ ਦੇਣ ਵਾਲਿਆਂ ਦੇ ਵਿੱਚੋਂ ਅੱਜ 3 ਵਿਜੇਤਾਵਾਂ ਨੂੰ ਮੈਂ ਚੁਣਨਾ ਹੈ। ਬਟ ਇਸ ਪ੍ਰੋਗਰਾਮ ਦੇ ਅਖੀਰ ਵਿੱਚ ਇਸ ਐਪੀਸੋਡ ਨੂੰ ਤੁਸੀਂ ਬਹੁਤ ਧਿਆਨ ਨਾਲ ਸੁਣਨਾ ਹੈ ਔਰ ਤੀਜੇ ਤੇ ਚੌਥੇ ਐਪੀਸੋਡ ਨੂੰ ਵੀ ਬਹੁਤ ਧਿਆਨ ਨਾਲ ਸੁਣਨਾ ਹੈ, ਕਿਉਂਕਿ ਤੀਜੇ ਤੇ ਚੌਥੇ ਐਪੀਸੋਡ ਦੇ ਵਿੱਚੋਂ ਮੈਂ ਤੁਹਾਨੂੰ 2 ਪ੍ਰਸ਼ਨ ਪੁੱਛਾਂਗੀ ਇਸ ਐਪੀਸੋਡ ਦੇ ਅਖੀਰ ਵਿੱਚ, ਜਿਸ ਦਾ ਜਵਾਬ ਤੁਹਾਨੂੰ ਦੇਣਾ ਪਏਗਾ ਕਮੈਂਟ ਬਾਕਸ ਦੇ ਵਿੱਚੋਂ। ਤੇ ਫਿਰ ਅਸੀਂ ਚੁਣਾਂਗੇ ਉਹਨਾਂ ਦੇ ਵਿੱਚੋਂ 3 ਵਿਜੇਤਾ ਤੇ ਉਹਨਾਂ 3 ਵਿਜੇਤਾਵਾਂ ਨੂੰ ਅਸੀਂ ਪਹੁੰਚਾਵਾਂਗੇ ਟ੍ਰੈਂਡਸੈਟਰ ਪੰਜਾਬੀ ਵੱਲੋਂ ਘਰੋਂ ਘਰੀ ਸਰਪ੍ਰਾਈਜ਼ ਗਿਫਟ। ਤਾਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਆਓ ਜੁੜਦੇ ਹਾਂ ਬਚਿੰਤ ਕੌਰ ਦੀ ਸਵੈ ਜੀਵਨੀ ਭਗਤ-ਝੰਡੀਆਂ ਦੇ 5ਵੇਂ ਭਾਗ ਨਾਲ। ਪਿਆਰੇ ਦੋਸਤੋ, ਭਗਤ-ਝੰਡੀਆਂ ਦਾ 5ਵਾਂ ਅਧਿਆਇ ਬਚਿੰਤ ਕੌਰ ਕੁਝ ਇਸ ਤਰ੍ਹਾਂ ਆਰੰਭ ਕਰਦੀ ਹੈ। ਡਿੱਗ ਪਈ ਨੀ ਗੋਰੀ ਸ਼ੀਸ਼ ਮਹਿਲ ਤੋਂ। ਇਹ ਗੱਲ ਪਹਿਲਾਂ ਤੋਂ ਹੀ ਪੱਕੀ ਹੋ ਚੁੱਕੀ ਸੀ ਕਿ ਮੁਕਲਾਵਾ ਵਿਆਹ ਤੋਂ 30 ਵਰ੍ਹੇ ਤੋਰਿਆ ਜਾਏਗਾ। ਮੁਕਲਾਵੇ ਦੀ ਦੋਹਾਂ ਧਿਰਾਂ ਨੂੰ ਕੋਈ ਕਾਹਲੀ ਨਹੀਂ ਸੀ, ਸਿਰਫ ਵਿਆਹ ਦੀ ਹੀ ਕਾਹਲੀ ਸੀ ਦੋਹੀਂ ਪਾਸੇ। ਦਿੱਲੀ ਵਾਲਿਆਂ ਨੂੰ ਇਸ ਲਈ ਕਿ ਮੁੰਡਾ ਹੱਥੋਂ ਨਿਕਲਦਾ ਜਾ ਰਿਹਾ ਸੀ। ਭੈੜੀ ਸੰਗਤ 'ਚ ਉੱਠਣ ਬੈਠਣ ਦੀ ਉਸਦੀ ਆਦਤ ਵੱਧਦੀ ਜਾ ਰਹੀ ਸੀ। ਕਈ ਰਾਤਾਂ ਘਰ ਨਹੀਂ ਸੀ ਵੜਦਾ। ਕਦੇ ਲੀਲਾ ਰਾਮ ਵਾਲਿਆਂ ਦੇ ਤੇ ਕਦੇ ਉੱਤਮ ਵਾਲਿਆਂ ਦੇ ਪਿਓ ਕੋਲ ਕੰਮ ਸਿੱਖਦਾ ਸੀ, ਪਰ ਦੁਕਾਨ 'ਤੇ ਆਉਂਦਾ ਜਾਂਦਾ ਆਪਣੀ ਮਰਜ਼ੀ ਨਾਲ ਹੀ ਸੀ। ਖੇਡਣ ਤੇ ਪੀਣ ਵਾਲਿਆਂ ਕੋਲ ਉਹਦਾ ਬਹੁਤਾ ਹੀ ਉੱਠਣਾ ਬੈਠਣਾ ਸੀ, ਜਿਸ ਕਰਕੇ ਘਰਦਿਆਂ ਨੇ ਸਲਾਹ ਕੀਤੀ ਕਿ ਜਿੰਨੀ ਛੇਤੀ ਹੋ ਸਕੇ ਮੁੰਡੇ ਦੀ ਸ਼ਾਦੀ ਕਰ ਦਿੱਤੀ ਜਾਵੇ। ਸੋ ਸ਼ਾਦੀ ਹੋ ਗਈ। ਵਿਆਹ ਵੇਲੇ ਮੇਰੇ ਘਰਦਿਆਂ ਨੂੰ ਵੀ ਇੱਕ ਸਮੱਸਿਆ ਨੇ ਆ ਘੇਰਿਆ ਸੀ, ਜਿਸ ਕਰਕੇ 1951 'ਚ ਮੈਨੂੰ 5ਵੀਂ ਜਮਾਤ ਵੀ ਮਸਾਂ ਹੀ ਪਾਸ ਕਰਨ ਦਿੱਤੀ ਗਈ ਕਿ ਮੇਰਾ ਵਿਆਹ ਕਰ ਦਿੱਤਾ ਗਿਆ। 1947 ਦੀ ਵੱਢ ਟੁੱਕ ਹੋਣ ਪਿੱਛੋਂ ਮੇਰੀ ਭੂਆ ਮਲੇਰਕੋਟਲੇ ਤੋਂ ਆਪਣੀਆਂ 6 ਧੀਆਂ ਲੈ ਕੇ ਅੰਮਾ ਕੋਲ ਪਿੰਡ ਰਹਿਣ ਲੱਗ ਪਈ ਸੀ। 2 ਵੱਡੀਆਂ ਕੁੜੀਆਂ ਉਹਨੇ ਕਿਵੇਂ ਨਾ ਕਿਵੇਂ ਬੰਬਈ ਵਿਆਹ ਦਿੱਤੀਆਂ। ਮਲੇਰਕੋਟਲੇ ਭੂਆ ਮੁਸਲਮਾਨਾਂ ਦੇ ਮਹੱਲੇ 'ਚ ਰਹਿੰਦੀ ਸੀ, ਪਰ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਵੇਲੇ ਇਹ ਸਾਰਾ ਮਹੱਲਾ ਉੱਜੜ ਗਿਆ। ਬਹੁਤ ਸਾਰੇ ਲੋਕ ਮਾਰੇ ਗਏ, ਕੁਝ ਬਚੇ ਖੁਚੇ ਪਾਕਿਸਤਾਨ ਚਲੇ ਗਏ। ਫੁੱਫੜ ਮੁੱਢ ਤੋਂ ਹੀ ਨਸ਼ੇ ਦਾ ਮਾਰਿਆ ਤੇ ਐਬਾਂ ਦਾ ਭਰਿਆ ਸੀ। ਉਹ ਕਈ ਮਹੀਨੇ ਬਿਮਾਰੀ ਨਾਲ ਘੁਲ ਕੇ ਇੱਕ ਦਿਨ ਰੱਬ ਨੂੰ ਪਿਆਰਾ ਹੋ ਗਿਆ। ਮੁਸਲਮਾਨਾਂ ਦੇ ਉੱਜੜ ਜਾਣ ਕਰਕੇ ਉਂਝ ਵੀ ਸਾਰਾ ਮੁਹੱਲਾ ਭਾਂ ਕਰ ਰਿਹਾ ਸੀ। ਐਸੇ ਮੁਹੱਲੇ 'ਚ 8 ਧੀਆਂ ਦੀ ਮਾਂ ਕੱਲੀ ਕਾਰੀ ਭਲਾ ਕਿਵੇਂ ਰਹਿ ਸਕਦੀ ਸੀ। ਸੋ ਅੰਮਾ ਫੁੱਫੜ ਦਾ ਸੰਸਕਾਰ ਕਰਨ ਪਿੱਛੋਂ ਭੂਆ ਨੂੰ ਕੁੜੀਆਂ ਸਮੇਤ ਪਿੰਡ ਭੜੋ ਲੈ ਆਈ ਤੇ ਆਉਂਦਿਆਂ ਸਾਰ 2 ਵੱਡੀਆਂ ਕੁੜੀਆਂ ਲਈ ਜਿਹੋ ਜਿਹੇ ਵੀ ਲੱਭੇ ਮੁੰਡੇ ਟੋਲ ਕੇ ਦੋਹਾਂ ਦਾ ਵਿਆਹ ਕਰ ਦਿੱਤਾ। ਇਹਨਾਂ ਦੋਹਾਂ ਮੁੰਡਿਆਂ 'ਚੋਂ ਇੱਕ ਸੀ ਡਰਾਈਵਰ ਤੇ ਦੂਜਾ ਸੀ ਫੌਜੀ। ਦੋਹਾਂ ਨੇ ਪਹਿਲੇ ਫੇਰੇ ਭੂਆ ਕੋਲ ਆ ਕੇ ਰੋਣਾ ਧੋਣਾ ਸ਼ੁਰੂ ਕਰ ਦਿੱਤਾ। ਇੱਕ ਕਹੇ ਡਰਾਈਵਰ ਬਹੁਤ ਸ਼ਰਾਬੀ ਆਦਮੀ ਹੈ ਤੇ ਮੈਂ ਉਹਦੇ ਘਰ ਨਹੀਂ ਜਾਣਾ। ਦੂਜੀ ਨੇ ਦੱਸਿਆ ਕਿ ਉਹਦਾ ਫੌਜੀ ਪਤੀ ਤਾਂ ਫੌਜ ਨਾਲ ਬਦਲ ਕੇ ਵਿਆਹ ਪਿੱਛੋਂ ਰੁੜਕੀ ਚਲਾ ਗਿਆ। ਪਿੱਛੋਂ ਸਾਰਾ ਪਰਿਵਾਰ ਮੈਨੂੰ ਤੰਗ ਕਰਦਾ ਹੈ। ਸੋ ਉਹ ਵਿਆਹੀਆਂ ਹੋਈਆਂ ਵੀ ਅਣਵਿਆਹੀਆਂ ਜਿਹੀਆਂ ਹੋ ਕੇ ਹੀ ਰਹਿ ਗਈਆਂ। ਮਹੀਨਾ, 2 ਮਹੀਨੇ, 6 ਮਹੀਨੇ, ਆਖਰ ਦੋਹਾਂ ਦੇ ਸਹੁਰਿਆਂ ਤੋਂ ਕੋਈ ਨਾ ਕੋਈ ਲੈਣ ਆਵੇ। ਭੂਆ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਖਾਲੀ ਮੋੜ ਦੇਵੇ। ਆਖਰ ਇਹ ਗੱਲ ਕਿੱਥੋਂ ਤੱਕ ਚੱਲ ਸਕਦੀ ਸੀ ਭਲਾ। ਅੰਤ ਅੰਮਾ ਤੇ ਭੂਆ ਨੇ ਇੱਕ ਰਾਤ ਚਿਰ ਤੱਕ ਬੈਠ ਕੇ ਸੋਚਿਆ ਕਿ ਦੋਹਾਂ ਦੇ ਸਹੁਰਿਆਂ 'ਚੋਂ ਘਰ ਦੇ ਸਿਆਣੇ ਬੰਦਿਆਂ ਨਾਲ ਸਾਰੀ ਗੱਲ ਚੰਗੀ ਤਰ੍ਹਾਂ ਖੋਲ੍ਹ ਕੇ ਕਰ ਲਈ ਜਾਵੇ। ਜੇਕਰ ਉਹ ਸਿੱਧੇ ਰਸਤੇ ਤੁਰਨ ਲਈ ਤਿਆਰ ਹੋਣ ਤਾਂ ਦੋਹਾਂ ਕੁੜੀਆਂ ਨੂੰ ਉਹਨਾਂ ਦੇ ਘਰ ਤੋਰ ਦਿੱਤਾ ਜਾਵੇ। ਆਖਰ ਧੀਆਂ ਦਾ ਧਨ ਉਹ ਕਦੋਂ ਤੱਕ ਆਪਣੇ ਘਰ ਰੱਖ ਸਕਦੀਆਂ ਸਨ। ਉਧਰ ਜਦੋਂ ਦੋਹਾਂ ਭੈਣਾਂ ਨੂੰ ਇਸ ਗੱਲ ਦੀ ਸੂਹ ਲੱਗੀ
ਕਿ ਅੰਮਾ ਤੇ ਬੀਬੀ ਸਾਨੂੰ ਮੱਲੋ ਜ਼ੋਰੀ ਸਹੁਰੇ ਤੋਰਨਗੀਆਂ, ਤਾਂ ਉਹ ਦੋਵੇਂ ਚੋਰੀ ਆਪਣੀਆਂ ਵੱਡੀਆਂ ਭੈਣਾਂ ਕੋਲ ਬੰਬਈ ਚਲੀਆਂ ਗਈਆਂ। ਪਹਿਲਾਂ ਇਸ ਗੱਲ ਦਾ ਪਿੰਡ 'ਚ ਉਂਝ ਹੀ ਰੌਲਾ ਪਿਆ ਰਿਹਾ ਕਿ ਕੁੜੀਆਂ ਕਿਧਰੇ ਭੱਜ ਗਈਆਂ, ਪਰ ਜਦੋਂ ਬੰਬਈ ਤੋਂ ਭੂਆ ਦੀ ਵੱਡੀ ਧੀ ਦੀ ਚਿੱਠੀ ਪੁੱਜੀ ਕਿ ਦੋਵੇਂ ਕੁੜੀਆਂ ਇੱਥੇ ਸਾਡੇ ਕੋਲ ਹੀ ਹਨ, ਤੁਸੀਂ ਫਿਕਰ ਨਾ ਕਰਨਾ, ਤਾਂ ਅੰਮਾ ਤੇ ਭੂਆ ਦੀ ਜਾਨ ਮਾੜੀ ਜਿਹੀ ਸੁਖਾਲੀ ਹੋਈ। ਪਰ ਇੱਕ ਨਵਾਂ ਸਿਆਪਾ ਹੋਰ ਛਿੜ ਗਿਆ ਕਿ ਡਰਾਈਵਰ ਇੱਕ ਦਿਨ 4-5 ਬੰਦੇ ਨਾਲ ਲੈ ਕੇ ਪਿੰਡ ਅੰਮਾ ਕੋਲ ਆਇਆ। ਉਹਨੇ ਸਿੱਧੀ ਗੱਲ ਇੱਕੋ ਭੂਆ ਤੇ ਅੰਮਾ ਨੂੰ ਕਹੀ ਕਿ ਉਹ ਬੰਬਈ ਤੋਂ ਕੁੜੀ ਨੂੰ ਬੁਲਾ ਕੇ ਸਿੱਧਾ ਉਹਦੇ ਨਾਲ ਤੋਰਨ, ਨਹੀਂ ਤਾਂ ਉਹ ਪਟਿਆਲੇ ਸਕੂਲ 'ਚ ਪੜ੍ਹਦੀ ਉਸਦੀ ਪੋਤੀ ਬਚਿੰਤ ਨੂੰ ਚੁੱਕ ਲੈ ਜਾਣਗੇ। ਜਦੋਂ ਇਹ ਗੱਲ ਅੰਮਾ ਨੇ ਪਟਿਆਲੇ ਆ ਕੇ ਮੇਰੀ ਬੇਬੇ ਨੂੰ ਦੱਸੀ ਤਾਂ ਹੱਥਾਂ ਪੈਰਾਂ ਦੇ ਪੈ ਗਏ ਸੀ ਮੇਰੀ ਬੇਬੇ ਨੂੰ, ਕਿਉਂਕਿ ਉਹ ਤਾਂ ਅੱਜ ਕੱਲ੍ਹ ਖੁਦ ਪਟਿਆਲੇ ਨਿੱਕੇ ਨਿਆਣਿਆਂ ਨਾਲ ਇਕੱਲੀ ਰਹਿੰਦੀ ਸੀ। ਬਾਈ ਜੀ ਦੀ ਬਦਲੀ ਤਾਂ ਫੌਜੀ ਹੋਣ ਕਰਕੇ ਪਟਿਆਲੇ ਤੋਂ ਸਦਾ ਬਾਹਰ ਹੀ ਹੋਈ ਰਹਿੰਦੀ। ਤਾਈਓ ਹੀ ਬੇਬੇ ਨੇ ਤਾਏ ਚੇਤ ਸਿੰਘ ਨੂੰ ਕਹਿ ਕੇ ਮੇਰੇ ਲਈ ਐਡੀ ਦੂਰ ਦਿੱਲੀ ਮੁੰਡਾ ਲੱਭਿਆ ਸੀ, ਜਿੱਥੇ ਕਦੇ ਉਸ ਡਰਾਈਵਰ ਦੀ ਪਹੁੰਚ ਹੀ ਨਾ ਹੋ ਸਕੇ। ਇਹੀ ਕਾਰਨ ਸੀ ਕਿ ਮੇਰੇ ਘਰਦਿਆਂ ਨੇ ਮੇਰਾ ਵਿਆਹ ਦਿਨਾਂ 'ਚ ਹੀ ਪੱਕਾ ਕਰ ਦਿੱਤਾ ਤੇ ਬਾਈ ਜੀ ਦੇ ਛੁੱਟੀ ਆਉਂਦਿਆਂ ਹੀ ਜਿਵੇਂ ਕਿਵੇਂ ਹੋਇਆ ਘਰਦਿਆਂ ਨੇ ਵਿਆਹ ਕਰ ਦਿੱਤਾ। ਵਿਆਹ ਤਾਂ ਹੋ ਗਿਆ, ਪਰ ਮੇਰੇ ਵਿਆਹ ਦੀ ਖਬਰ ਪਿੰਡ ਤੱਕ ਨਹੀਂ ਸੀ ਪਹੁੰਚਣ ਦਿੱਤੀ, ਤਾਂ ਕਿ ਉਸ ਡਰਾਈਵਰ ਨੂੰ ਇਸ ਗੱਲ ਦਾ ਪਤਾ ਨਾ ਲੱਗ ਜਾਵੇ ਤੇ ਉਹ ਕਿਤੇ ਹੋਰ ਕੋਈ ਟੰਟਾ ਖੜਾ ਕਰ ਦੇਵੇ। ਉਧਰ ਅੰਮਾ ਤੇ ਭੂਆ ਤਾਂ ਪਹਿਲਾਂ ਹੀ ਬਹੁਤ ਪਰੇਸ਼ਾਨ ਸਨ। ਸਾਰੀਆਂ ਕੁੜੀਆਂ 'ਚੋਂ ਮੈਂ ਹੀ ਜ਼ਰਾ ਮੂੰਹ ਮੱਥੇ ਲੱਗਦੀ ਸੀ, ਜਿਸ ਕਰਕੇ ਡਰਾਈਵਰ ਦੀ ਮੇਰੇ ਤੇ ਅੱਖ ਸੀ। ਉਹੀ ਗੱਲ ਹੋਈ ਜਿਸ ਦਾ ਡਰ ਸੀ। ਬੰਬਈ ਨੂੰ ਕਈ ਚਿੱਠੀਆਂ ਪਾਉਣ ਪਿੱਛੋਂ ਜਦੋਂ ਕੋਈ ਉੱਤਰ ਨਾ ਆਇਆ ਤਾਂ ਡਰਾਈਵਰ ਨੇ ਅੰਮਾ ਤੇ ਭੂਆ ਨੂੰ ਸਾਫ਼ ਸ਼ਬਦਾਂ 'ਚ ਕਹਿ ਦਿੱਤਾ, ਸੁਣ ਬੁੜੀਏ, ਜੇ ਹੁਣ ਮੈਂ ਤੇਰੀ ਪੋਤੀ ਬਚਿੰਤ ਨੂੰ ਚੁੱਕ ਕੇ ਆਪਣੇ ਘਰ ਨਾ ਲੈ ਗਿਆ ਤਾਂ ਮੈਨੂੰ ਵੀ ਪਿਓ ਦਾ ਪੁੱਤ ਨਾ ਜਾਣੀ। ਪਰ ਮੇਰੇ ਬਾਈ ਜੀ ਨੂੰ ਇਹ ਸਾਰੀ ਗੱਲ ਦਾ ਭੇਦ ਅੰਮਾ ਨੇ ਨਹੀਂ ਸੀ ਦਿੱਤਾ, ਨਾ ਹੀ ਬੇਬੇ ਨੇ ਛੁੱਟੀ ਆਏ ਬਾਈ ਜੀ ਕੋਲੇ ਗੱਲ ਕੀਤੀ ਸੀ। ਵਿਆਹ ਦੇ ਅਗਲੇ ਹਫ਼ਤੇ ਹੀ ਬਾਈ ਜੀ ਮੁੜ ਆਪਣੀ ਡਿਊਟੀ ਉੱਤੇ ਛੰਪ ਜੌੜੀਆਂ ਜੰਮੂ ਦੇ ਇਲਾਕੇ ਚਲੇ ਗਏ ਤੇ ਮੁੜ ਉਹਨਾਂ ਨੇ ਸਾਲ ਪਿੱਛੋਂ ਛੁੱਟੀ ਆਉਣਾ ਸੀ। ਮਗਰੋਂ ਸਾਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੀ ਬੇਬੇ ਤੇ ਹੀ ਆ ਗਈ ਸੀ। ਘਰ 'ਚ ਕਿੰਨੀ ਵੀ ਵਿਪਤਾ ਆ ਪੈਂਦੀ, ਬੇਬੇ ਸਭ ਕੁਝ ਆਪਣੇ ਹੱਡਾਂ ਤੇ ਹੀ ਸਹਿੰਦੀ ਸੀ। ਮੇਰਾ ਵਿਆਹ ਸੁੱਖ ਸਾਂਦ ਨਾਲ ਸੰਪੂਰਨ ਹੋਣ ਪਿੱਛੋਂ ਬੇਬੇ ਦੇ ਦਿਲ ਤੋਂ ਜਿਵੇਂ ਮਣਾ ਮੂੰਹੀ ਬੋਝ ਲੈ ਗਿਆ ਸੀ। ਜਦੋਂ ਮੈਂ ਵਿਹਲੇ ਗੇੜੇ ਮੁੜ ਕੇ ਆਈ ਤਾਂ ਬੇਬੇ ਬਹੁਤ ਖੁਸ਼ ਸੀ। ਨੈਣ ਪਰਸੀਨੀ ਦੀਆਂ ਸਾਰੀਆਂ ਗੱਲਾਂ ਸੁਣ ਬੇਬੇ ਨੂੰ ਪੱਕਾ ਭਰੋਸਾ ਹੋ ਗਿਆ ਸੀ ਕਿ ਉਹਦੀ ਧੀ ਘਰ ਸੁਖੀ ਵਸੇਗੀ। ਮੈਨੂੰ ਸਹੁਰਿਆਂ ਆਈ ਨੂੰ ਮਹੀਨਾ ਸਵਾ ਮਹੀਨਾ ਹੋ ਚੁੱਕਿਆ ਸੀ। ਮੈਂ ਸਖੀਆਂ ਸਹੇਲੀਆਂ ਦੇ ਘਰ ਆਉਂਦੀ ਜਾਂਦੀ, ਸੋਹਣੇ ਵਰੀ ਦੇ ਸੂਟ ਪਹਿਨਦੀ ਤੇ ਦਿੱਲੀ ਬਾਰੇ ਗੱਲਾਂ ਕਰਦੀ। ਪਰ ਮੇਰੀ ਬੇਬੇ ਪਰਛਾਈ ਦੀ ਤਰ੍ਹਾਂ ਮੇਰੇ ਨਾਲ ਰਹਿੰਦੀ। ਉਹ ਇੱਕ ਪਲ ਲਈ ਵੀ ਮੈਨੂੰ ਬਾਹਰ ਇਕੱਲਿਆਂ ਨਹੀਂ ਸੀ ਜਾਣ ਦਿੰਦੀ। ਉਹਦੇ ਦਿਲ ਨੂੰ ਅਜੇ ਵੀ ਉਸ ਡਰਾਈਵਰ ਦੇ ਕਹੇ ਬੋਲਾਂ ਦਾ ਹੌਲ ਖਾਈ ਤੁਰਿਆ ਜਾ ਰਿਹਾ ਸੀ, ਕਿਉਂਕਿ ਬਾਈ ਜੀ ਤਾਂ ਛੁੱਟੀ ਕੱਟ ਕੇ ਮੁੜ ਆਪਣੀ ਪਲਟਨ 'ਚ ਜੰਮੂ ਚਲੇ ਗਏ ਸਨ। ਅੰਮਾ ਤੇ ਭੂਆ ਵਿਆਹ ਪਿੱਛੋਂ ਮੁੜ ਪਿੰਡ ਨੂੰ ਜਾ ਚੁੱਕੀਆਂ ਸਨ। ਹੁਣ ਬੇਬੇ ਨੂੰ ਇਕੱਲਿਆਂ ਮੇਰੀ ਹਰ ਥਾਂ ਰਾਖੀ ਰੱਖਣੀ ਬੜੀ ਔਖੀ ਹੋ ਗਈ ਸੀ। ਛੋਟੇ ਭੈਣ ਭਾਈ ਸਾਰੇ ਸਕੂਲ ਚਲੇ ਜਾਂਦੇ, ਵੱਡੀ ਭੈਣ ਆਪਣੇ ਸਹੁਰੇ ਚਲੀ ਗਈ ਸੀ। ਜੇਠ ਹਾੜ ਦੇ ਮਹੀਨੇ 'ਚ ਮੈਂ ਤੇ ਬੇਬੇ ਦਿਨ ਵੇਲੇ ਘਰ 'ਚ ਇਕੱਲੀਆਂ ਹੀ ਹੁੰਦੀਆਂ। ਮੁਕਲਾਵਾ ਜੇ 2-3 ਵਰਿਆਂ ਤੱਕ ਤੋਰਨਾ ਸੀ। ਇੱਕ ਦਿਨ ਮੇਰੀ ਸਹੇਲੀ ਸ਼ਾਂਤੀ ਸਾਡੇ ਘਰ ਆਈ ਤੇ ਕਹਿਣ ਲੱਗੀ, ਬਚਿੰਤ ਚੱਲ ਆਪਾਂ ਦੋਵੇਂ ਬੁੱਧੀਮਾਨੀ ਕਰ ਲੈਂਦੇ ਹਾਂ। ਉਦੋਂ ਗਿਆਨੀ ਬੁੱਧੀਮਾਨੀ ਕਰਨ ਲਈ 10ਵੀਂ ਪਾਸ ਹੋਣਾ ਜ਼ਰੂਰੀ ਨਹੀਂ ਸੀ। ਸ਼ਾਂਤੀ ਬਹੁਤ ਅਮੀਰ ਘਰ ਦੀ ਕੁੜੀ ਸੀ। ਉਸ ਜ਼ਮਾਨੇ 'ਚ ਉਹਨਾਂ ਦੇ ਘਰ ਇੱਕ ਕਾਰ ਵੀ ਸੀ, ਦੋਹਾਂ ਭਰਾਵਾਂ ਕੋਲ ਮੋਟਰਸਾਈਕਲਾਂ ਤੇ ਉਹਨਾਂ ਦੇ 3 ਟਰੱਕ ਵੀ ਚੱਲਦੇ ਸਨ। ਮੈਂ ਬੇਬੇ ਨੂੰ ਬੁੱਧੀਮਾਨੀ 'ਚ ਦਾਖਲਾ ਲੈਣ ਲਈ ਪੁੱਛਿਆ। ਬੇਬੇ ਝੱਟ ਰਾਜੀ ਹੋ ਗਈ, ਕਿਉਂਕਿ ਸ਼ਾਂਤੀ ਦੇ ਨਾਲ ਮੈਂ ਕਾਰ 'ਚ ਹੀ ਸਕੂਲ ਜਾਣਾ ਸੀ ਤੇ ਉਹਦੇ ਨਾਲ ਹੀ ਤਾਂ ਵਾਪਸ ਆਉਣਾ ਸੀ।
ਇਹ ਸਾਥ ਹੋਣ ਕਰਕੇ ਬੇਬੇ ਮੇਰੀ ਪੜ੍ਹਾਈ ਲਈ ਅੱਗੋਂ ਖੁਸ਼ੀ-ਖੁਸ਼ੀ ਮੰਨ ਗਈ ਤੇ ਇਉਂ ਮੈਂ ਤੇ ਸ਼ਾਂਤੀ ਨੇ ਕਿਲੇ ਦੇ ਚੌਕ ਤੋਂ ਸੈਫਾਬਾਦੀ ਦਰਵਾਜ਼ੇ ਵੱਲ ਜਾਂਦੀ ਸੜਕ ਉੱਤੇ ਖੁੱਲ੍ਹੇ ਇੱਕ ਨਵੇਂ ਪ੍ਰਾਈਵੇਟ ਗਿਆਨੀ ਦੇ ਕਾਲਜ 'ਚ ਦਾਖਲਾ ਲੈ ਲਿਆ। ਅਜੇ ਮਸਾਂ ਅਸੀਂ ਦੋਵੇਂ ਹਫ਼ਤਾ ਭਾਰੀ ਕਲਾਸ 'ਚ ਗਈਆਂ ਹੋਵਾਂਗੀਆਂ ਕਿ ਦਿੱਲੀ ਤੋਂ ਮੇਰੇ ਪਤੀ ਦੇਵ ਪਟਿਆਲੇ ਆਏ। ਬੇਬੇ ਨੇ ਸਮਝਿਆ ਕਿ ਪ੍ਰਾਹੁਣਾ ਐਵੇਂ ਮਿਲਣ ਗਿਲਣ ਆ ਗਿਆ ਹੋਵੇਗਾ, ਪਰ ਮੇਰੇ ਪਤੀ ਨੇ ਆ ਕੇ ਦੱਸਿਆ ਕਿ ਮੇਰੀ ਮਾਂ ਬੜੀ ਬਿਮਾਰ ਹੈ, ਇਸ ਲਈ ਘਰਦਿਆਂ ਨੇ ਮੈਨੂੰ ਬੱਚੇ ਨੂੰ ਲੈਣ ਲਈ ਭੇਜਿਆ। ਉਹਦੀ ਹਾਲਤ ਬਹੁਤ ਨਾਜ਼ੁਕ ਹੈ ਤੇ ਬਚਣ ਦੀ ਵੀ ਕੋਈ ਆਸ ਨਜ਼ਰ ਨਹੀਂ ਆਉਂਦੀ। ਘਰ 'ਚ ਬੇਬੇ ਇਕੱਲੀ ਸੀ, ਕਿਸ ਨਾਲ ਕੀ ਸਲਾਹ ਕਰਦੀ। ਮੇਰੇ ਪਤੀ ਦੇਵ ਤਾਂ ਸਵੇਰੇ 7 ਵਜੇ ਦੀ ਗੱਡੀ ਮੁੜਨਾ ਚਾਹੁੰਦੇ ਸਨ, ਪਰ ਬੇਬੇ ਬਿਨਾਂ ਮੁਕਲਾਈ ਧੀ ਨੂੰ ਕਿਵੇਂ ਸਹੁਰੇ ਤੋਰੇ, ਬੜੀ ਪਰੇਸ਼ਾਨ ਸੀ। ਉਸਨੇ ਰਿਸ਼ਤੇ 'ਚੋਂ ਲੱਗਦੀ ਮੇਰੀ ਇੱਕ ਚਾਚੀ ਨਾਲ ਸਲਾਹ ਕੀਤੀ ਕਿ ਪ੍ਰਾਹੁਣਾ ਕੁੜੀ ਨੂੰ ਲੈਣ ਆਇਆ ਹੈ, ਉਹਦੀ ਮਾਂ ਬੜੀ ਬਿਮਾਰ ਹੈ। ਚਾਚੀ ਨੇ ਕਿਹਾ, ਆਖਰ ਹੁਣ ਤਾਂ ਕੁੜੀ ਪਰਾਈ ਹੀ ਹੈ, ਰੱਬ ਦਾ ਨਾਂ ਲੈ ਕੇ ਤੋਰ ਦੇ। ਆਪਣੇ ਸਹੁਰੇ ਘਰ ਹੀ ਜਾ ਰਹੀ ਹੈ, ਕਿਤੇ ਹੋਰ ਤਾਂ ਨਹੀਂ ਜਾ ਰਹੀ। ਜੇ ਕੱਲ ਕਲਾ ਨੂੰ ਉਹਦੀ ਮਾਂ ਨੂੰ ਕੋਈ ਮਾੜੀ ਚੰਗੀ ਗੱਲ ਹੋ ਗਈ, ਸਾਰੀ ਉਮਰ ਦਾ ਉਲਾਂਭਾ ਰਹੇਗਾ ਤੇਰੇ ਸਿਰ, ਫਿਰ ਨਵੀਂ ਰਿਸ਼ਤੇਦਾਰੀ ਹੈ। ਬੇਬੇ ਨੇ ਚਾਚੀ ਦੀ ਸਲਾਹ ਮੰਨ ਕੇ ਰਾਤੋਂ ਰਾਤ ਇੱਕ ਮੇਰਾ ਸੂਟ, ਇੱਕ ਪੱਗ ਮੇਰੇ ਪਤੀ ਦੀ ਤੇ 2.5 ਸੇਰ ਲੱਡੂਆਂ ਦਾ ਇੰਤਜ਼ਾਮ ਕਰਕੇ ਦੋ ਚਿੱਤੀ ਜੀ 'ਚ ਮੈਨੂੰ ਰੋਂਦੀ ਨੂੰ ਸਵੇਰ ਦੀ ਗੱਡੀ ਦਿੱਲੀ ਤੋਰ ਦਿੱਤਾ। ਬੁੱਧੀਮਾਨੀ ਰਹਿ ਗਈ ਸੀ ਥਾਂ ਦੀ ਥਾਂ। ਅੱਜ ਸਹੁਰੇ ਜਾਣ ਸਮੇਂ ਮੈਂ ਪਤਾ ਨਹੀਂ ਕਿਉਂ ਬਹੁਤ ਰੋ ਰਹੀ ਸੀ। ਅਜੇ ਤੱਕ ਮੈਂ ਆਪਣੇ ਪਤੀ ਦੇ ਸਾਹਮਣੇ ਨਹੀਂ ਸੀ ਹੋਈ। ਰਾਤੀ ਜਦੋਂ ਘਰ ਆਏ ਸੀ ਤਾਂ ਮੈਂ ਮਨ ਹੀ ਮਨ ਬਹੁਤ ਖੁਸ਼ ਸੀ, ਪਰ ਸਾਡੇ ਪਾਸੇ ਉਦੋਂ ਕੁੜੀਆਂ ਆਪਣੀ ਪ੍ਰਾਹੁਣੇ ਕੋਲੋਂ ਲੁਕ ਜਾਂਦੀਆਂ ਸਨ, ਸੋ ਮੈਂ ਵੀ ਲੁਕੀ ਰਹੀ। ਪਟਿਆਲੇ ਤੋਂ ਪਾਣੀਪਤ ਤੱਕ ਜਿੰਨੀ ਵਾਰ ਵੀ ਮੇਰੇ ਪਤੀ ਨੇ ਮੈਥੋਂ ਕੋਈ ਗੱਲ ਪੁੱਛੀ, ਮੈਂ ਕੋਈ ਉੱਤਰ ਨਹੀਂ ਸੀ ਦਿੱਤਾ, ਨਾ ਹੀ ਘੁੰਡ ਚੁੱਕਿਆ ਸੀ। ਮੇਰੇ ਤੇ ਅਜੇ ਵੀ ਨੈਣ ਦੇ ਬੁੱਲਾਂ ਦਾ ਅਸਰ ਸੀ। ਪਾਣੀਪਤ ਗੱਡੀ ਖਾਸਾ ਚਿਰ ਰੁਕਦੀ ਸੀ। ਸਾਰੇ ਮੁਸਾਫਰ ਚਾਹ ਪਾਣੀ ਪੀਣ ਲੱਗੇ। ਮੇਰੇ ਪਤੀ ਵੀ ਸਟੇਸ਼ਨ ਉੱਤੇ ਉਤਰੇ ਤੇ ਛੋਲਿਆਂ ਭਟੂਰਿਆਂ ਦੇ 2 ਪੱਤੇ ਹੱਥਾਂ 'ਚ ਫੜੀ ਮੁੜ ਮੇਰੇ ਕੋਲ ਆ ਬੈਠੇ। ਇੱਕ ਪੱਤਾ ਮੇਰੇ ਵੱਲ ਕਰਕੇ ਬੋਲੇ, ਆ ਲਓ ਰੋਟੀ ਖਾ ਲਓ। ਮੈਂ ਉਵੇਂ ਹੀ ਗੁੰਮ-ਸੁੰਮ ਜਿਵੇਂ ਪਟਿਆਲੇ ਤੋਂ ਗੱਡੀ 'ਚ ਬੈਠੀ ਰਹੀ। ਵਿੱਚੋਂ ਮੈਨੂੰ ਪਾਣੀ ਦੀ ਬੜੀ ਪਿਆਸ ਲੱਗੀ, ਪਰ ਮੈਂ ਨਾ ਪਾਣੀ ਮੰਗਿਆ ਨਾ ਰੋਟੀ ਖਾਧੀ। 1-2 ਵਾਰੀ ਫੇਰ ਉਹਨਾਂ ਨੇ ਰੋਟੀ ਖਾਣ ਲਈ ਮੈਨੂੰ ਕਿਹਾ, ਪਰ ਮੈਂ ਪਤਾ ਨਹੀਂ ਕਿਉਂ ਬਹੁਤ ਹੀ ਡਰੀ 'ਚ ਬੈਠੀ ਸੀ, ਜਿਵੇਂ ਮੈਨੂੰ ਕੋਈ ਕਿਡਨੈਪ ਕਰਕੇ ਲਿਜਾ ਰਿਹਾ ਹੋਵੇ। ਗੱਡੀ 'ਚ ਬੈਠੀ ਮੈਂ ਬਹੁਤ ਘਬਰਾ ਰਹੀ ਸੀ। ਜਦੋਂ ਮੈਂ ਨਾ ਮੂੰਹ ਉਹਨਾਂ ਵੱਲ ਕੀਤਾ ਤੇ ਨਾ ਹੀ ਰੋਟੀ ਖਾਧੀ ਤਾਂ ਪਤੀ ਦੇਵ ਨੂੰ ਬੜਾ ਗੁੱਸਾ ਆਇਆ ਤੇ ਗੁੱਸੇ 'ਚ ਬੋਲੇ, ਸਿੱਟ ਦਿਆਂ ਫਿਰ ਬਾਹਰ ਰੋਟੀ ਜੇ ਨਹੀਂ ਖਾਣੀ। ਮੇਰੇ ਮੂੰਹੋਂ ਪਤਾ ਨਹੀਂ ਕਿਵੇਂ ਨਿਕਲ ਗਿਆ, ਸਿੱਟ ਦਿਓ। ਬਸ ਇੰਨੀ ਕੁ ਗੱਲ ਮੂੰਹੋਂ ਨਿਕਲਣ ਦੀ ਢਿੱਲ ਸੀ ਕਿ ਉਹਨਾਂ ਨੇ ਛੋਲਿਆਂ ਭਟੂਰਿਆਂ ਦੇ ਦੋਵੇਂ ਪੱਤੇ ਚੁੱਕ ਕੇ ਹੇਠਾਂ ਗੱਡੀ 'ਚੋਂ ਬਾਹਰ ਵਗਾਹ ਮਾਰੇ। ਗੱਡੀ ਦੇ ਇੰਜਣ ਨੇ ਇੱਕ ਬੜੀ ਬੇਸੁਰੀ ਜਿਹੀ ਆਵਾਜ਼ ਕੱਢੀ ਤੇ ਗੱਡੀ ਹੌਲੀ-ਹੌਲੀ ਆਪਣੀ ਰਾਹ ਤੁਰਨ ਲੱਗੀ। ਪੁਰਾਣੀ ਦਿੱਲੀ ਸਟੇਸ਼ਨ ਆਉਣ ਤੱਕ ਸਾਡੇ ਦਰਮਿਆਨ ਇੱਕ ਚੁੱਪ ਪਸਰੀ ਰਹੀ। ਪਲੇਟਫਾਰਮ ਉੱਤੇ ਉਤਰ ਕੇ ਪੁਲ ਜੇ ਨੂੰ ਪਾਰ ਕਰਦਿਆਂ ਮੈਂ ਘੁੰਡ 'ਚ ਆਪਣਾ ਚਿਹਰਾ ਛੁਪਾਈ ਆਪਣੇ ਪਤੀ ਤੋਂ ਬਹੁਤ ਪਿੱਛੇ ਰਹਿ ਗਈ ਸੀ ਤੇ ਉਹ ਹੱਥ 'ਚ ਅਟੈਚੀ ਲਟਕਾਈ ਪੁਲ ਦੀਆਂ ਸਾਰੀਆਂ ਪੌੜੀਆਂ ਚੜ੍ਹ ਕੇ ਦੂਜੇ ਪਾਸੇ ਉੱਤਰ ਵੀ ਚੁੱਕੇ ਸਨ। ਮੈਂ ਉਹ 2.5 ਸੇਰ ਲੱਡੂਆਂ ਦੀ ਟੋਕਰੀ ਨੂੰ ਬੜੀ ਮੁਸ਼ਕਲ ਨਾਲ ਸੰਭਾਲਦੀ ਤੇ ਆਪਣੇ ਘੁੰਡ ਨੂੰ ਘੜੀ ਮੁੜੀ ਸੰਵਾਰਦੀ ਬਹੁਤ ਦੂਰ ਰਹਿ ਗਈ ਸੀ। ਐਗਜ਼ਿਟ ਉੱਤੇ ਟਿਕਟ ਬਾਬੂ ਨੂੰ 2 ਟਿਕਟਾਂ ਫੜਾਉਂਦਿਆਂ ਜਦ ਟਿਕਟ ਬਾਬੂ ਨੇ ਦੂਜੀ ਸਵਾਰੀ ਬਾਰੇ ਪੁੱਛਿਆ ਤਾਂ ਮੇਰੇ ਪਤੀ ਨੇ ਪਿੱਛੇ ਮੁੜ ਕੇ ਦੇਖਿਆ, ਮੈਂ ਉੱਥੇ ਨਹੀਂ ਸੀ। ਅਟੈਚੀ ਕੇਸ ਟਿਕਟ ਬਾਬੂ ਕੋਲ ਹੀ ਰੱਖ ਸਰਦਾਰ ਸਾਹਿਬ ਪਿੱਛੇ ਮੁੜ ਕੇ ਮੈਨੂੰ ਪੁਲ ਉੱਤੇ ਦੇਖਣ ਲਈ ਭੱਜੇ ਆਏ। ਮੈਂ ਤਾਂ ਅਜੇ ਮਸਾਂ ਪੁਲ ਦੀਆਂ ਸੀੜੀਆਂ ਹੀ ਚੜ੍ਹੀ ਸੀ, ਮੇਰੇ ਹੱਥੋਂ ਲੱਡੂਆਂ ਦੀ ਟੋਕਰੀ ਫੜਦਿਆਂ ਬੋਲੇ, ਤੁਰਿਆ ਨਹੀਂ ਜਾਂਦਾ ਤਾਂ ਗੋਦੀ ਚੁੱਕ ਲਾਂ।
ਪਰ ਮੈਂ ਫਿਰ ਵੀ ਉਹਨਾਂ ਦੀਆਂ ਪੈੜਾਂ ਨਾਲ ਆਪਣੀਆਂ ਪੈੜਾਂ ਨਾ ਮਿਲਾ ਸਕੀ। ਇੱਕ ਤਾਂ ਮੈਂ ਘੁੰਡ 'ਚ ਉਲਝੀ ਹੋਈ ਸੀ, ਦੂਜਾ ਗਰਮੀ ਨੇ ਮੇਰੀ ਮੱਤ ਮਾਰ ਛੱਡੀ ਸੀ, ਤੀਜਾ ਮੇਰੇ ਸੱਜੇ ਪੈਰ ਦੇ ਸੈਂਡਲ ਦੀ ਮੂਹਰਲੀ ਇੱਕ ਵੱਧਰੀ ਟੁੱਟ ਗਈ ਸੀ, ਜਿਸ ਕਰਕੇ ਉਹ 4 ਡਿੰਗਾਂ ਭਰਦੇ ਤਾਂ ਮੈਂ ਮਸਾਂ ਇੱਕ ਡਿੰਗੀ ਭਰਦੀ ਸੀ। ਮੇਰੇ ਪੈਰਾਂ 'ਚ ਚੌੜੀਆਂ ਚੌੜੀਆਂ ਚਾਂਦੀ ਦੀਆਂ ਪੰਜੇਬਾਂ ਤੇ ਉੱਤੋਂ ਸੈਂਡਲ ਵੀ ਟੁੱਟੀ ਹੋਈ ਸੀ। ਖੈਰ, ਦਿੱਲੀ ਦੇ ਸਟੇਸ਼ਨ ਤੋਂ ਬਾਹਰ ਨਿਕਲ ਤਾਂਗੇ 'ਚ ਬੈਠਦਿਆਂ ਹੀ ਮੈਂ ਆਪਣਾ ਘੁੰਡ ਹਟਾ ਕੇ ਪਰਾਂ ਵਗਾਹ ਮਾਰਿਆ। ਇਹ ਦੇਖ ਮੇਰੇ ਪਤੀ ਦੇ ਬਹੁਤ ਖੁਸ਼ ਹੋਏ ਤੇ ਬੋਲੇ, ਪਹਿਲਾਂ ਹੀ ਲਾ ਦੇਣਾ ਸੀ ਇਹ ਝੁੰਮਲ ਮਾਟਾ ਜਿਹਾ। ਤਾਂਗੇ 'ਚ ਬੈਠਿਆਂ ਦਿੱਲੀ ਦੀਆਂ ਸੜਕਾਂ ਉੱਤੇ ਲੱਗੇ ਵੱਡੇ ਵੱਡੇ ਪੋਸਟਰ ਮੈਨੂੰ ਬੜੇ ਚੰਗੇ ਲੱਗ ਰਹੇ ਸਨ। ਜਦੋਂ ਤਾਂਗਾ ਨਾਵਲਟੀ ਸਿਨੇਮੇ ਅੱਗੋਂ ਦੀ ਲੰਘਿਆ ਤਾਂ ਐਕਟਰੈਸ ਨਿੰਮੀ ਦੀ ਫਿਲਮ ਉੱਡਣ ਖਟੋਲਾ ਦਾ ਪੋਸਟਰ ਦੇਖ ਮੈਨੂੰ ਲੱਗਿਆ ਜਿਵੇਂ ਮੈਂ ਹੀ ਉਹ ਸੋਹਣੀ ਕੁੜੀ ਹੋਵਾਂ ਜੋ ਉੱਡਣ ਖਟੋਲੇ 'ਚ ਬੈਠੀ ਬੱਦਲਾਂ ਉੱਤੇ ਉੱਡ ਰਹੀ ਸੀ। ਸੜਕਾਂ ਦੇ ਦੋਹੀਂ ਪਾਸੇ ਲੱਗੇ ਪੋਸਟਰ ਵਾਹੋ ਦਾਹੀ ਭੱਜਦੀਆਂ ਅੰਤਾਂ ਦੀਆਂ ਮੋਟਰ ਕਾਰਾਂ ਦੇਖ ਦੇਖ ਜਿਵੇਂ ਮੈਂ ਖੁਸ਼ੀ 'ਚ ਫੁੱਲੀ ਨਹੀਂ ਸੀ ਸਮਾ ਰਹੀ। ਕਿੰਨਾ ਸੋਹਣਾ ਲੱਗ ਰਿਹਾ ਸੀ ਉਦੋਂ ਮੈਨੂੰ ਦਿੱਲੀ ਸ਼ਹਿਰ, ਤੇ ਸੜਕ ਉੱਤੇ ਭੱਜੇ ਜਾਂਦੇ ਤਾਂਗੇ ਅੱਗੇ ਜੁੜੇ ਘੋੜੇ ਦੇ ਸਿਰ ਤੇ ਲੱਗਿਆ ਰੰਗ ਬਰੰਗਾ ਫੁੱਲ ਮੈਨੂੰ ਬੇਹੱਦ ਚੰਗਾ ਲੱਗਾ ਸੀ। ਕਿੰਨੀਆਂ ਹੀ ਟਾਪਾਂ ਦਾ ਸੰਗੀਤਮਈ ਰਾਹ ਲੰਘ ਕੇ ਅਚਾਨਕ ਸਾਡਾ ਤਾਂਗਾ ਅਜਮਲ ਖਾਨ ਰੋਡ ਦੇ ਬਾਜ਼ਾਰ 'ਚ ਗੁਰਦੁਆਰੇ ਦੇ ਸਾਹਮਣੇ ਵਾਲੀ ਦੁਕਾਨ ਅੱਗੇ ਆ ਰੁਕਿਆ ਸੀ। ਚੱਲ ਜਰਾ ਪਹਿਲਾਂ ਨਵੇਂ ਸੈਂਡਲ ਖਰੀਦ ਲੈ, ਇਹ ਮੇਰੇ ਪਤੀ ਦੇ ਬੋਲ ਸਨ। ਦੁਕਾਨ ਦੇ ਅੰਦਰ ਜਾ ਕੇ ਪਤੀ ਦੇਵ ਨੇ ਜੋ ਜੁੱਤੀ ਪਸੰਦ ਕੀਤੀ ਮੈਂ ਪੈਰਾਂ 'ਚ ਪਾ ਲਈ। ਮੁੜ ਉਸੇ ਤਾਂਗੇ 'ਚ ਬੈਠ ਅਸੀਂ ਛੇਤੀ ਹੀ ਆਪਣੀ ਕੁਆਟਰ 182 ਈ ਦੇਵਨਗਰ ਪਹੁੰਚ ਗਏ। 4 ਵਜੇ ਦਾ ਵੇਲਾ ਹੋਵੇਗਾ। ਇੱਕ ਅਟੈਚੀ ਹੱਥ 'ਚ ਫੜੀ, ਦੂਜੇ 'ਚ ਲੱਡੂਆਂ ਵਾਲੀ ਟੋਕਰੀ ਮੇਰੇ ਪਤੀ ਫਟਾਫਟ ਜੀਨਾ ਚੜ੍ਹ ਗਏ ਤੇ ਪਿੱਛੇ ਪਿੱਛੇ ਮੈਂ ਵੀ। ਨਵੀਂ ਪਹਿਨੀ ਜੁੱਤੀ ਨਾਲ ਮੇਰੇ ਦੋਵੇਂ ਪੈਰ ਛਿੱਲੇ ਜਾ ਰਹੇ ਸਨ। ਦਰਵਾਜ਼ੇ ਉੱਤੇ ਜ਼ੋਰ ਜ਼ੋਰ ਦੀ ਠਕ ਠਕ ਸੁਣ ਅੰਦਰੋਂ ਮੇਰੀ ਸੱਸ ਨੇ ਕੁੰਡੀ ਖੋਲ੍ਹੀ। ਹੈਂ ਬਹੂ, ਤੇਰੇ ਨਾਲ ਕਿਵੇਂ? ਮੇਰੀ ਜਠਾਣੀ ਦੂਜੇ ਕਮਰੇ 'ਚੋਂ ਭੱਜੀ ਭੱਜੀ ਆਈ। ਹੈਂ ਬਚਿੰਤ, ਨਹੀਂ ਸਵਾਸੀ ਕੀ ਦੇਖ ਰਹੀਆਂ? ਦੋਵੇਂ ਜਣੀਆਂ ਜਿਵੇਂ ਸਾਨੂੰ ਦੇਖ ਹੈਰਾਨ ਹੋ ਗਈਆਂ। ਸਾਧ ਵੇ, ਤੈਨੂੰ ਤਾਂ ਪੁੱਤ ਤੇਰੇ ਮਾਮੇ ਦੀ ਖਬਰ ਲੈਣ ਪਿੰਡ ਤੇ ਔੜ ਭੇਜਿਆ ਸੀ। ਨਾ ਇਹ ਤੈਂ ਕੀ ਕੀਤਾ? ਤੂੰ ਬਹੂ ਨੂੰ ਬਿਨ ਮੁਕਲਾਈ ਨੂੰ ਕਿਵੇਂ ਲੈ ਆਇਆ? ਮੇਰੀ ਸੱਸ ਤੇ ਜਠਾਣੀ ਮੈਨੂੰ ਅੰਦਰ ਕਮਰੇ 'ਚ ਬਿਠਾਉਂਦੀਆਂ ਜਿਵੇਂ ਬਹੁਤ ਹੀ ਹੈਰਾਨ ਹੋ ਰਹੀਆਂ ਸਨ। ਮਾਂ, ਮੈਂ ਮਾਮੇ ਕੋਲ ਤੇ ਔੜ ਗਿਆ ਸੀ, ਹੁਣ ਮਾਮਾ ਬਿਲਕੁਲ ਠੀਕ ਹੈ, ਉਹ ਐਵੇਂ ਜ਼ਰਾ ਮਰੋੜ ਲੱਗੇ ਹੋਏ ਸੀ। ਚੱਲ ਉਹ ਤਾਂ ਭਲੀ ਹੋਈ, ਪਰ ਤੂੰ ਆਪਣੇ ਬਾਈ ਨੂੰ ਬਿਨਾਂ ਪੁੱਛਿਆ ਪਟਿਆਲੇ ਕਿਉਂ ਗਿਆ? ਜੇ ਗਿਆ ਵੀ ਤਾਂ ਬਹੂ ਨੂੰ ਨਾਲ ਲਿਆਉਣ ਲਈ ਤੈਨੂੰ ਕਿਹੜੇ ਭੜੂਏ ਨੇ ਕਿਹਾ ਸੀ? ਮਾਂ ਮੇਰੀ ਬਹੂ ਹੈ, ਮੈਂ ਲੈ ਆਇਆ, ਤੁਹਾਨੂੰ ਇਸ ਗੱਲ ਨਾਲ ਕੀ ਦਿੱਕਤ ਹੈ ਭਲਾ? ਵੇ ਸਾਧ, ਤੈਂ ਜੇ ਪਟਿਆਲੇ ਜਾਣਾ ਸੀ ਤਾਂ ਆਪਣੇ ਵੀਰ ਨਾਲ ਗੱਲ ਕਰਦਾ, ਜੇ ਬਾਈ ਨਾਲ ਨਹੀਂ ਸੀ ਗੱਲ ਕਰਨੀ। ਮੇਰੀ ਜਠਾਣੀ ਤੇ ਮੇਰੀ ਸੱਸ ਦੋਵੇਂ ਹੁਣ ਮੇਰੇ ਪਤੀ ਦੁਆਲੇ ਹੋ ਗਈਆਂ ਸਨ, ਪਰ ਇਹ ਕਿਹੜਾ ਕਿਸੇ ਦੀ ਪਰਵਾਹ ਕਰਦੇ ਸਨ। ਉਹ ਇੱਕ ਗੱਲ ਕਰਦੀਆਂ ਤੇ ਅੱਗੋਂ 4 ਸੁਣਾਉਂਦੇ। ਮਾਂ, ਤੁਸੀਂ ਮੇਰਾ ਵਿਆਹ ਕਾਸ ਤੋਂ ਕੀਤਾ ਭਲਾ? ਜੇ ਇਹਨੂੰ ਉੱਥੇ ਹੀ ਰੱਖਣਾ ਸੀ ਤਾਂ ਵਿਆਹ ਹੀ ਪਿੱਛੋਂ ਕਰ ਲੈਂਦੇ। ਪੁੱਤ, ਤੈਂ ਬੜੀ ਬੇਅਕਲੀ ਵਾਲੀ ਗੱਲ ਕੀਤੀ ਹੈ। ਮੈਂ ਤਾਂ ਸੋਚਦੀ ਆਂ ਤੇਰੇ ਨਾਲ ਉਹਨਾਂ ਨੇ ਬਹੂ ਨੂੰ ਬਿਨਾਂ ਮੁਕਲਾਵਾ ਤੋਰਿਆ ਕਿਉਂ? ਤੇਰੀ ਤਾਂ ਭਲਾ ਨਿਆਣੀ ਮੱਤ ਸੀ, ਪਰ ਉਹ ਤਾਂ ਸਿਆਣੇ ਸਨ ਕਿ ਨਹੀਂ? ਮਾਂ, ਉਹਨਾਂ ਦਾ ਕੋਈ ਕਸੂਰ ਨਹੀਂ, ਮੈਂ ਹੀ ਜਾ ਕੇ ਕਿਹਾ ਸੀ ਵੀ ਮੇਰੀ ਮਾਂ ਜੀ ਸਖਤ ਬਿਮਾਰ ਹੈ, ਬਚਣ ਦੀ ਕੋਈ ਆਸ ਨਹੀਂ, ਸੋ ਉਹ ਇਹਨੂੰ ਦੇਖਣਾ ਚਾਹੁੰਦੀ ਹੈ। ਅੱਛਾ, ਤਾਂ ਤੂੰ ਬਹਾਨਾ ਵੀ ਬੜਾ ਸੋਹਣਾ ਘੜਿਆ, ਪਰ ਹੁਣ ਸ਼ਾਮੀ ਆਪਣੇ ਵੀਰ ਤੇ ਬਾਈ ਜੀ ਨੂੰ ਕੀ ਕਹੇਗਾ? ਮੇਰੀ ਜਠਾਣੀ ਨਾਲੇ ਮੇਰੇ ਪਤੀ ਨੂੰ ਟਿੱਚਰਾਂ ਕਰ ਰਹੀ ਸੀ, ਨਾਲੇ ਡਰਾ ਵੀ ਰਹੀ ਸੀ ਭਰਾ ਤੇ ਪਿਓ ਕੋਲੋਂ। ਸ਼ਾਮੀ ਮੇਰੀ ਜਠਾਣੀ ਨੇ ਮੇਰੇ ਕੱਪੜੇ ਬਦਲਵਾ ਦਿੱਤੇ
ਤੇ ਮੈਂ ਹੁਣ ਆਪਣੇ ਜੇਠ ਦੇ 5-6 ਵਰਿਆਂ ਦੇ ਲੜਕੇ ਰਵਿੰਦਰ ਕੋਲ ਜਾ ਬੈਠੀ, ਜੋ ਬੜੇ ਚਿਰ ਤੋਂ 3 ਪਹੀਆਂ ਵਾਲਾ ਬਾਈਸਾਈਕਲ ਚਲਾਉਂਦਾ ਵਾਰ-ਵਾਰ ਮੇਰੇ ਕੋਲ ਨੂੰ ਹੋ ਕੇ ਸਾਈਕਲ ਲੰਘਾ ਰਿਹਾ ਸੀ। ਆਖਰ ਉਹਨੇ ਮਾਂ ਨੂੰ ਪੁੱਛ ਹੀ ਲਿਆ, ਬਾਜੀ ਇਹ ਕੌਣ ਹੈ? ਤੇਰੀ ਚਾਚੀ ਹੈ ਵਿੰਦਰ। ਚਾਚੀ? ਹਾਂ, ਤੇਰਾ ਚਾਚਾ ਲੈ ਕੇ ਆਇਆ ਹੈ। ਬਾਜੀ ਚਾਚੀ ਤੇ ਬੜੀ ਸੋਹਣੀ ਹੈ। ਚਾਚੀ ਤੂੰ ਮੇਰੀ ਵਾਟੀ ਬਣੇਗੀ? ਮੇਰੇ ਨਾਲ ਖੇਡਿਆ ਕਰੇਂਗੀ? ਹਾਂ, ਮੈਂ ਤੇਰੇ ਨਾਲ ਖੇਡਿਆ ਕਰਾਂਗੀ। ਫਿਰ ਆ ਜਾ ਆਪਾਂ ਸਾਈਕਲ ਚਲਾਈਏ। ਮੈਂ ਉੱਠ ਕੇ ਉਹਦੇ ਕੋਲ ਨੂੰ ਹੋ ਗਈ। ਉਹ ਸਾਈਕਲ ਤੋਂ ਉੱਠ ਖੜਾ ਹੋਇਆ ਤੇ ਬੋਲਿਆ, ਲੈ ਚਾਚੀ ਹੁਣ ਤੂੰ ਸਾਈਕਲ ਚਲਾ, ਮੈਂ ਤੇਰੇ ਪਿੱਛੇ ਪਿੱਛੇ ਭੱਜੂੰਗਾ। ਅੱਛਾ ਕਹਿ ਕੇ ਮੈਂ ਉਸਦੇ ਸਾਈਕਲ ਉੱਪਰ ਬੈਠ ਗਈ ਤੇ ਸਾਈਕਲ ਚਲਾਉਣ ਲੱਗ ਪਈ। ਉਹ ਹੁਣ ਮੇਰੇ ਪਿੱਛੇ ਪਿੱਛੇ ਭੱਜ ਰਿਹਾ ਸੀ। ਵਰਾਂਡੇ 'ਚ ਸਾਈਕਲ ਚਲਾਉਂਦੇ ਅਸੀਂ ਦੋਵੇਂ ਜ਼ੋਰ-ਜ਼ੋਰ ਦੀ ਹੱਸ ਰਹੇ ਸੀ ਕਿ ਬਾਹਰਲਾ ਵਰਾਂਡੇ 'ਚ ਖੁੱਲ੍ਹਦਾ ਬੂਹਾ ਖੜਕਿਆ। ਮੇਰੀ ਜਠਾਣੀ ਭੱਜੀ ਆਈ ਦਰਵਾਜ਼ਾ ਖੋਲ੍ਹਣ, ਪਰ ਜਦ ਉਹਨੇ ਦੇਖਿਆ ਕਿ ਮੈਂ ਸਾਈਕਲ ਚਲਾ ਰਹੀ ਹਾਂ ਤਾਂ ਉਸਨੇ ਮੈਨੂੰ ਝਿੜਕਿਆ, ਉੱਠ ਛੇਤੀ ਸਾਈਕਲ ਤੋਂ, ਬਾਹਰ ਰਵਿੰਦਰ ਦੇ ਡੈਡੀ ਆਏ ਨੇ, ਅੰਦਰ ਬੈਠ ਸਿਰ ਤੇ ਚੁੰਨੀ ਲੈ ਕੇ। ਚੱਲ ਓਏ ਮੁੰਡਿਆ ਤੂੰ ਵੀ ਪਰਾਂ ਜਾ ਕੇ ਖੇਡ। ਉਸ ਮੈਨੂੰ ਫਟਾਫਟ ਸਾਈਕਲ ਤੋਂ ਬਾਹਰ ਕੱਢਿਆ ਤੇ ਦੂਜੇ ਕਮਰੇ 'ਚ ਭੱਜ ਕੇ ਪਿੱਛੋਂ ਕੁੰਡੀ ਖੋਲ੍ਹੀ। ਮੇਰਾ ਜੇਠ ਜਿਉਂ ਹੀ ਅੰਦਰ ਲੰਘਿਆ, ਮੇਰੇ ਪਤੀ ਦੇਵ ਝੱਟ ਦੂਜੇ ਪਾਸੇ ਖੁੱਲ੍ਹਦੇ ਬੂਹੇ 'ਚੋਂ ਦੀ ਬਾਹਰ ਨਿਕਲ ਗਏ। ਘਰ 'ਚ ਖਾਸਾ ਚਿਰ ਚੁੱਪ ਪਸਰੀ ਰਹੀ। ਮੇਰੀ ਸੱਸ ਕਦੇ ਅੰਦਰ ਮੇਰੇ ਕੋਲ ਕਮਰੇ 'ਚ ਆਵੇ, ਕਦੇ ਮੁੜ ਘਾਬਰੀ ਹੋਈ ਰਸੋਈ 'ਚ ਚਲੀ ਜਾਵੇ। ਫਿਰ ਸੱਸ ਤੇ ਜਠਾਣੀ 'ਚ ਕੁਝ ਘੁਸਰ ਮੁਸਰ ਹੋਈ, ਪਰ ਕਿਸੇ ਨੇ ਵੀ ਵਾਤਾਵਰਨ 'ਚ ਪਸਰੀ ਚੁੱਪ ਨੂੰ ਤੋੜਨ ਦੀ ਹਿੰਮਤ ਨਾ ਕੀਤੀ। ਮਾਂ, ਮੇਰੇ ਜੇਠ ਨੇ ਮਾਂ ਨੂੰ ਆਵਾਜ਼ ਮਾਰੀ। ਹਾਂ ਆਉਣੀ ਆ। ਥਿੜਕੇ ਜੇ ਬੋਲਾਂ 'ਚ ਮਾਂ ਉੱਤਰ ਦਿੰਦੀ ਸਹਿਮੀ ਜੀ ਮੇਰੇ ਜੇਠ ਦੇ ਕਮਰੇ 'ਚ ਗਈ। ਨਾ ਅੱਜ ਕੋਈ ਘਰ 'ਚ ਗੱਲ ਹੋਈ ਹੈ? ਇਹ ਬਚਨੀ ਦੇ ਬੁੱਲ ਕਿਉਂ ਸੀਤੇ ਪਏ ਹੈ? ਨਹੀਂ ਕੁਛ ਨਹੀਂ। ਫਿਰ ਕੀ ਗੱਲ ਹੈ? ਤੁਸੀਂ ਦੋਵੇਂ ਕੁਛ ਲੁਕਾ ਰਹੀ ਹੋ ਮੇਰੇ ਕੋਲੋਂ। ਪਾਪਾ ਪਾਪਾ ਤੁਸੀਂ ਚਾਚੀ ਦੇਖੀ ਹੈ? ਚਾਚਾ ਲੈ ਕੇ ਆਇਆ, ਬੜੀ ਚੰਗੀ ਹੈ, ਮੇਰੇ ਨਾਲ ਖੇਡਿਆ ਕਰੇਗੀ। ਸਾਈਕਲ ਵੀ ਚਲਾਇਆ ਉਹਨੇ ਅੱਜ ਮੇਰੇ ਨਾਲ। ਰਵਿੰਦਰ ਪਤਾ ਨਹੀਂ ਕਿੱਥੋਂ ਬਿੰਦ 'ਚ ਕੇਸ਼ੋ ਪੜੋਸੀ ਦੇ ਮੁੰਡੇ ਨੂੰ ਨਾਲ ਲੈ ਕੇ ਆ ਗਿਆ। ਉਹਦੀ ਗੱਲ ਸੁਣ ਮੇਰਾ ਜੇਠ ਜਿਵੇਂ ਕੁਝ ਵੀ ਨਾ ਸਮਝ ਸਕਿਆ। ਚਾਚੀ? ਨਹੀਂ ਕਿ ਬੱਕਰਿਆ ਬਚਨੀ। ਉਹਨੇ ਚਾਹ ਦਾ ਕੱਪ ਮੇਜ਼ 'ਤੇ ਰੱਖਦਿਆਂ ਮੇਰੀ ਜਠਾਣੀ ਨੂੰ ਸੰਬੋਧਨ ਕੀਤਾ। ਹਾਂ ਵਿੰਦਰ ਠੀਕ ਹੀ ਕਹਿੰਦਾ ਹੈ, ਇਹਦੀ ਚਾਚੀ ਆਈ ਹੈ। ਕੀ? ਮੇਰਾ ਜੇਠ ਉੱਚੀ ਸਾਰੀ ਚਲਾਇਆ। ਹਾਂ ਬਚਨ, ਸਾਧੂ ਨਾਨਕਿਆਂ ਤੋਂ ਮੁੜਦਾ ਹੋਇਆ ਪਟਿਆਲੇ ਆਪਣੇ ਸਹੁਰੇ ਚਲਾ ਗਿਆ ਸੀ। ਤੇ ਕੀ ਮਾਂ? ਉਹ ਹੋਰ ਉੱਚੀ ਬੋਲਿਆ ਤੇ ਬਚਿੰਤ ਨੂੰ ਨਾਲ ਲੈ ਆਇਆ। ਕਿੱਥੇ ਆਓ? ਕੌਣ ਬਚਿੰਤ? ਮੇਰੀ ਜਠਾਣੀ ਨੇ ਪੁੱਛਿਆ। ਨਹੀਂ ਉਹ ਸਾਧ, ਉਹ ਮਾਂ ਦਾ ਲਾਡਲਾ। ਮੇਰੇ ਪਤੀ ਨੂੰ ਘਰ 'ਚ ਸਾਰੇ ਸਾਧੂ ਸਿੰਘ ਦੀ ਥਾਂ ਸਾਧ ਕਹਿ ਕੇ ਬੁਲਾਉਂਦੇ ਸਨ। ਉਹ ਤਾਂ ਹੁਣ ਘਰੇ ਨਹੀਂ। ਮੇਰੀ ਸੱਸ ਨੇ ਡਰਦਿਆਂ ਡਰਦਿਆਂ ਉੱਤਰ ਦਿੱਤਾ। ਮਾਂ ਤੇਰੀ ਸ਼ੈ ਹੈ ਉਹਨੂੰ। ਪਹਿਲਾਂ ਤਾਂ ਵਿਆਹ 'ਚ ਸਾਡੀ ਇੰਨੀ ਹਿੱਠੀ ਹੋਈ ਜਦੋਂ ਉਹ ਲਾਰੀਆਂ ਲੈ ਕੇ ਬਰਾਤ ਸਟੇਸ਼ਨ 'ਤੇ ਲੈਣ ਆਈ। ਹੁਣ ਰਹਿੰਦੀ ਖੂੰਦੀ ਕਸਰ ਇਹਨੇ ਪੂਰੀ ਕਰਤੀ। ਇਹ ਗਿਆ ਕਿਉਂ ਉੱਥੇ? ਕਿਹਨੇ ਕਿਹਾ ਸੀ ਇਹਨੂੰ ਪਟਿਆਲੇ ਜਾਣ ਲਈ? ਫਿਰ ਉਹ ਇਹਦੇ ਸਹੁਰੇ ਇਹ ਤੋਂ ਬੇਵਕੂਫ ਜਿਨ੍ਹਾਂ ਨੇ ਤੋਰਤੀ ਇਹਦੇ ਨਾਲ ਬਾਲੜੀ। ਜਦੋਂ ਉਹਨਾਂ ਨਾਲ ਗੱਲ ਹੋ ਚੁੱਕੀ ਸੀ ਕਿ ਮੁਕਲਾਵਾ ਸੀ 30 ਸਾਲ ਪਿੱਛੋਂ ਲਵਾਂਗੇ, ਉਹਨਾਂ ਨੇ ਕਿਉਂ ਤੋਰੀ ਕੁੜੀ ਇਹ ਮੂਰਖ ਦੇ ਨਾਲ? ਉਹਨਾਂ ਨੂੰ ਤਾਂ ਜਾ ਕੇ ਇਹਨੇ ਕਿਹਾ ਵੀ ਮੇਰੀ ਮਾਂ ਆਖਰੀ ਸਾਹਾਂ 'ਤੇ ਹੈ ਤੇ ਬਚਿੰਤ ਨੂੰ ਦੇਖਣਾ ਚਾਹੁੰਦੀ ਹੈ। ਸੋ ਇਸ ਦੀ ਮਾਂ ਨੇ ਇਹ ਕਹਿ ਕੇ ਕੁੜੀ ਭੇਜਤੀ ਕਿ ਪੁੱਤ ਜਿਵੇਂ ਹੀ ਤੇਰੀ ਮਾਂ ਠੀਕ ਹੋਵੇ ਕੁੜੀ ਨੂੰ ਵਾਪਸ ਪਟਿਆਲੇ ਛੱਡ ਜਾਵੀਂ। ਨਾਲੇ ਅਜੇ ਪਿਛਲੇ ਹਫ਼ਤੇ ਤਾਂ ਇਹਨੇ ਬੁੱਧੀਮਾਨੀ ਦੀ ਪੜ੍ਹਾਈ ਸ਼ੁਰੂ ਕੀਤੀ ਹੈ। ਘਰ ਦੇ ਸਾਰੇ ਜੀ ਹੁਣ ਮੇਰੀ ਸੱਸ ਦੇ ਕਮਰੇ 'ਚ ਮੇਰੇ ਕੋਲ ਖੜੇ ਉੱਚੀ ਉੱਚੀ ਬੋਲ ਰਹੇ ਸਨ ਤੇ ਮੇਰੇ ਵੱਲ ਦੇਖ ਰਹੇ ਸਨ।
ਜਿਵੇਂ ਸੜਕ ਉੱਤੇ ਕੋਈ ਮੋਟਰ ਵਾਲਾ ਕਿਸੇ ਸਾਈਕਲ ਵਾਲੇ ਨੂੰ ਦੇਖ ਕੇ ਆਪ ਭੱਜ ਜਾਂਦਾ ਹੈ ਤੇ ਪਿੱਛੋਂ ਲੋਕ ਉਹਦੇ ਦੁਆਲੇ ਹੋ ਕੇ ਖੜੇ ਹੋ ਜਾਂਦੇ ਨੇ, ਇਉਂ ਕੀਤਾ ਸੀ ਮੇਰੇ ਪਤੀ ਦੇਵ ਨੇ ਉਦੋਂ ਮੇਰੇ ਨਾਲ। ਮੈਂ ਸੱਸ ਦੇ ਮੰਜੇ ਤੇ ਬੈਠੀ ਬਿੱਟ ਬਿੱਟ ਸਾਰਿਆਂ ਵੱਲ ਦੇਖ ਰਹੀ ਸੀ। ਚੱਲ ਹੁਣ ਤੇਰਾ ਬਾਈ ਆਊ ਸੰਝਾ ਨੂੰ ਘਰ, ਕਰਦੇ ਆਂ ਗੱਲ, ਦੇਖਦੇ ਆਂ ਉਹ ਕੀ ਕਹਿੰਦੇ ਐ। ਮਾਂ ਮੈਂ ਨਹੀਂ ਜਾਣਦਾ ਬਾਈ ਨੂੰ, ਇਸ ਬਾਲੜੀ ਨੂੰ ਕੱਲ ਹੀ ਪੁੱਠੇ ਪੈਰੀ ਵਾਪਸ ਪਟਿਆਲੇ ਛੱਡ ਕੇ ਆਵੇ ਸਾਧ। ਪਹਿਲਾਂ ਸਕੂਲ ਜਾਂਦੀ ਕੁੜੀ ਨੂੰ ਵਿਆਹ ਲਿਆਏ, ਹੁਣ ਹੋਰ ਬੇਵਕੂਫੀ ਨਹੀਂ ਕਰਨ ਦੇਣੀ ਮੈਂ। ਇਹਦੀ ਉਮਰ ਸਕੂਲ ਜਾਣ ਵਾਲੀਆਂ ਬੱਚੀਆਂ ਦੀ ਐ, ਸਹੁਰੇ ਜਾਣ ਵਾਲੀਆਂ ਮੁਟਿਆਰਾਂ ਦੀ ਨਹੀਂ। ਮੇਰੇ ਸਹੁਰੇ ਦੇ ਆਉਣ ਤੱਕ ਵਾਤਾਵਰਨ 'ਚ ਕਾਫੀ ਤਣਾਅ ਭਰ ਗਿਆ ਸੀ, ਪਰ ਮੇਰੀ 8-9 ਵਰ੍ਹਿਆਂ ਦੀ ਨਣਦ ਮੈਨੂੰ ਭਾਬੀ ਭਾਬੀ ਕਰਦੀ ਮੇਰੇ ਅੱਗੇ ਪਿੱਛੇ ਫਿਰ ਰਹੀ ਸੀ। ਵਿੰਦਰ ਮੇਰੇ ਨਾਲ ਖੇਡਣ ਲਈ ਤਰਲੇ ਲੈ ਰਿਹਾ ਸੀ, ਸੋ ਸਾਨੂੰ ਤਿੰਨਾਂ ਨੂੰ ਮੇਰੀ ਜਠਾਣੀ ਨੇ ਛੱਤ ਉੱਤੇ ਜਾਣ ਲਈ ਕਿਹਾ। ਉੱਪਰਲੀ ਮਿਆਨੀ 'ਚ ਡਹੇ ਮੰਜਿਆਂ ਉੱਪਰ ਆ ਕੇ ਅਸੀਂ ਤਿੰਨੇ ਬੈਠ ਗਏ ਤੇ ਉਹ ਦੋਵੇਂ ਮੇਰੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗੇ। ਚਾਚੀ ਤੂੰ ਸਕੂਲ ਜਾਏਂਗੀ ਮੇਰੇ ਨਾਲ? ਚੱਲ ਚੁੱਪ ਕਰ, ਹੁਣ ਤਾਂ ਇਹਦਾ ਵਿਆਹ ਹੋ ਗਿਆ ਛੋਟੇ ਵੀਰ ਨਾਲ, ਭਾਬੀਆਂ ਥੋੜਾ ਸਕੂਲ ਜਾਂਦੀਆਂ ਹੁੰਦੀਆਂ ਨੇ। ਮੇਰੀ ਨਣਦ ਗੁਰਦੇਵ ਵਿੰਦਰ ਦੀ ਗੱਲ ਦਾ ਉੱਤਰ ਦੇ ਰਹੀ ਸੀ। ਇੰਨੇ 'ਚ ਅਸੀਂ ਸੁਣਿਆ ਹੇਠਾਂ ਕਾਫੀ ਉੱਚੀ ਉੱਚੀ ਬੋਲਣ ਦੀਆਂ ਆਵਾਜ਼ਾਂ ਆ ਰਹੀਆਂ ਸਨ। ਵਿੰਦਰ ਲੱਗਦਾ ਬਾਈ ਜੀ ਆ ਗਏ। ਹਾਂ ਮੈਂ ਹੁਣੇ ਟੌਫੀ ਲੈ ਕੇ ਆਉਣਾ ਬਾਈ ਜੀ ਤੋਂ, ਚਾਚੀ ਤੇਰੇ ਲਈ ਵੀ ਲਿਆਵਾਂ ਟੌਫੀ? ਵਿੰਦਰ ਇਹ ਕਹਿੰਦਾ ਹੇਠਾਂ ਭੱਜ ਗਿਆ ਤੇ ਉਹਦੇ ਪਿੱਛੇ ਗੁਰਦੇਵ ਵੀ ਹੇਠਾਂ ਚਲੀ ਗਈ। ਮੈਨੂੰ ਆਪਣੀ ਬੇਬੇ ਦੀ ਯਾਦ ਸਤਾਉਣ ਲੱਗੀ, ਮੇਰਾ ਰੋਣਾ ਨਿਕਲ ਗਿਆ। ਵੀਰ ਪਲਦੀਪ ਤੇ ਬਲਵੰਤ ਵੀ ਮੈਨੂੰ ਯਾਦ ਆ ਰਹੇ ਸਨ। ਫਿਰ ਪਤਾ ਨਹੀਂ ਕਦੋਂ ਮੈਂ ਰੋਂਦੀ ਰੋਂਦੀ ਉੱਥੇ ਹੀ ਸੌਂ ਗਈ। ਰਾਤ ਨੂੰ 9 ਵਜੇ ਮੇਰੀ ਸੱਸ ਨੇ ਮੈਨੂੰ ਰੋਟੀ ਖਾਣ ਲਈ ਜਗਾਇਆ ਤੇ ਮੇਰੀ ਜਠਾਣੀ ਨੇ ਮੈਨੂੰ ਸਾਟਨ ਦਾ ਸੂਟ ਬਦਲ ਕੇ ਸੂਤੀ ਸੂਟ ਪਾਉਣ ਲਈ ਕਿਹਾ। ਮੈਂ ਕੱਪੜੇ ਬਦਲ ਲਏ ਪਰ ਰੋਟੀ ਦੀ ਭੁੱਖ ਮੈਨੂੰ ਨਹੀਂ ਸੀ। ਮੇਰੀ ਸੱਸ ਤੇ ਜਠਾਣੀ ਨੇ ਮੈਨੂੰ ਰੋਟੀ ਖਾਣ ਲਈ ਬਹੁਤ ਕਿਹਾ, ਪਰ ਮੇਰਾ ਜੀ ਰੋਟੀ ਖਾਣ ਨੂੰ ਨਹੀਂ ਸੀ ਕਰ ਰਿਹਾ। ਅੰਤ ਉਹਨਾਂ ਨੇ ਮੈਨੂੰ ਦੁੱਧ ਪੀ ਕੇ ਸੌਂ ਜਾਣ ਲਈ ਕਿਹਾ। ਦੁੱਧ ਪੀਣ ਪਿੱਛੋਂ ਮੁੜ ਮੇਰੀ ਜਠਾਣੀ ਨੇ ਮੈਨੂੰ ਉੱਪਰ ਉਸੇ ਮੰਜੇ ਉੱਤੇ ਮਿਆਨੀ 'ਚ ਸੌਣ ਲਈ ਭੇਜ ਦਿੱਤਾ ਜਿੱਥੋਂ ਮੇਰੀ ਸੱਸ ਮੈਨੂੰ ਉਠਾ ਕੇ ਲਿਆਈ ਸੀ। ਮੇਰੇ ਨਾਲ ਮੇਰੀ ਨਣਦ ਗੁਰਦੇਵ ਵੀ ਸੁੱਤੀ ਹੋਈ ਸੀ। ਸਵੇਰੇ ਜਦੋਂ ਅਸੀਂ ਜਾਗੀਆਂ ਤਾਂ ਮੇਰੀ ਨਣਦ ਨੇ ਮੈਨੂੰ ਦੱਸਿਆ, ਭਾਬੀ ਰਾਤ ਵੱਡੇ ਵੀਰ ਨੇ ਛੋਟੇ ਵੀਰ ਨਾਲ ਬੜੀ ਲੜਾਈ ਕੀਤੀ, ਬਾਈ ਜੀ ਨੇ ਵੀ ਛੋਟੇ ਵੀਰ ਨੂੰ ਬੜਾ ਹੀ ਝਿੜਕਿਆ। ਕਿਉਂ? ਇਹ ਮੈਨੂੰ ਕੀ ਪਤਾ ਹੈ। ਉਹ ਰਾਤੀ ਘਰ ਆਉਂਦਿਆਂ ਸਾਰ ਪੁੱਠੇ ਪੈਰੀਂ ਘਰੋਂ ਚਲਾ ਗਿਆ। ਕਿੱਥੇ? ਪਤਾ ਨਹੀਂ। ਪਿੱਛੋਂ ਮੇਰਾ ਸਹੁਰਾ ਸਾਈਕਲ ਉੱਤੇ 2 ਦਿਨਾਂ ਤੱਕ ਟੂਣ ਟੂਣ ਪਰੇਸ਼ਾਨ ਹੁੰਦਾ ਫਿਰਿਆ। ਆਖਰ ਇੱਕ ਦੋਸਤ ਜਗਰੂਪ ਦੇ ਘਰੋਂ ਲੱਭ ਪਏ ਤੇ ਉਹ ਸਮਝਾ ਬੁਝਾ ਕੇ ਉਹਨਾਂ ਨੂੰ ਘਰ ਲੈ ਆਏ। ਘਰ ਆਉਂਦਿਆਂ ਹੀ ਉਹਨਾਂ ਨੇ ਮੈਨੂੰ ਕੋਲ ਬਿਠਾ ਕੇ ਪੁੱਛਿਆ, 2 ਦਿਨ ਤੂੰ ਕਿੱਥੇ ਸੁੱਤੀ ਸੀ? ਮੈਂ ਤਾਂ ਦੇਵੀ ਭੈਣ ਨਾਲ ਕੋਠੇ 'ਤੇ ਸੌਂਦੀ ਸੀ। ਤੇ ਮਾਂ ਕਿੱਥੇ ਸੌਂਦੀ ਸੀ? ਇੱਥੇ ਨਾਲ ਦੇ ਮੰਜੇ 'ਤੇ ਸਾਡੇ ਕੋਲ ਹੀ। ਅੱਛਾ, ਤਾਂ ਫਿਰ ਅੱਜ ਤੂੰ ਉੱਪਰ ਕੋਠੇ 'ਤੇ ਨਹੀਂ ਸੌਣਾ? ਅਜੇ ਗੱਲ ਹੋ ਹੀ ਰਹੀ ਸੀ ਕਿ ਮੇਰੀ ਜਠਾਣੀ ਸਾਡੇ ਕੋਲ ਆ ਗਈ ਤੇ ਮੈਂ ਉਹਦੇ ਪਿੱਛੇ ਪਿੱਛੇ ਹੇਠਾਂ ਉਤਰ ਆਈ। ਉਹਨੇ ਮੇਰੇ ਪਤੀ ਨੂੰ ਰੋਟੀ ਖਾਣ ਲਈ ਕਿਹਾ। ਮੈਂ ਨਹੀਂ ਖਾਣੀ ਰੋਟੀ ਤੇ ਗੁੱਸੇ 'ਚ ਭਰੇ ਸਾਈਕਲ ਚੁੱਕ ਬਾਹਰ ਨੂੰ ਚਲੇ ਗਏ। ਅੱਧੀ ਰਾਤ ਜਦੋਂ ਘਰ ਵਾਪਸ ਆਏ ਤਾਂ ਮਾਂ ਨੇ ਕੁੰਡਾ ਖੋਲ੍ਹਿਆ, ਜੋ ਅਜੇ ਤੱਕ ਆਪਣੇ ਬੇਟੇ ਦੀ ਉਡੀਕ 'ਚ ਹੇਠਾਂ ਹੀ ਬੈਠੀ ਹੋਈ ਸੀ। ਅੰਦਰ ਆ ਕੇ ਜਦੋਂ ਦੇਖਿਆ ਕਿ ਸਭ ਛੱਤ 'ਤੇ ਸੁੱਤੇ ਹੋਏ ਹਨ ਸਮੇਤ ਮੇਰੇ, ਤਾਂ ਮਾਂ ਨਾਲ ਲੜਨ ਲੱਗੇ। 2-3 ਦਿਨ ਇੰਝ ਹੀ ਨਿਕਲ ਗਏ। ਘਰ ਦੇ ਆਪ ਤਾਂ ਮੈਨੂੰ ਪਟਿਆਲੇ ਛੱਡਣ ਨਹੀਂ ਸਨ ਜਾ ਸਕਦੇ। ਹਫ਼ਤਾ ਭਰ ਵਾਤਾਵਰਨ ਬਹੁਤ ਘੁੱਟਣ ਭਰਿਆ ਬਣਿਆ ਰਿਹਾ। ਆਖਰ ਸਭ ਦੀ ਹਾਰ ਹੋ ਗਈ ਜਦੋਂ ਉਹਨਾਂ ਨੇ ਆਪ ਹੀ 2 ਮੰਜੇ ਹੇਠਾਂ ਵਰਾਂਡੇ 'ਚ ਵਿਛਾ ਲਏ। ਸਵੇਰੇ ਜਦੋਂ ਘਰ ਦੇ ਉੱਪਰੋਂ ਹੇਠਾਂ ਉਤਰ ਕੇ ਆਏ ਤਾਂ ਉਹੀ ਗੱਲ ਹੋ ਗਈ ਸੀ ਜਿਸ ਦਾ ਉਹਨਾਂ ਸਾਰਿਆਂ ਨੂੰ ਡਰ ਸੀ। ਇਹ ਤਾਂ ਸਿੱਧਾ ਕੇਸ ਬਣ ਸਕਦਾ ਸਾਡੇ ਤੇ।
ਮੇਰੇ ਜੇਠ ਨੂੰ ਮੇਰੇ ਪਤੀ ਉੱਤੇ ਅੰਤਾਂ ਦਾ ਗੁੱਸਾ ਆ ਰਿਹਾ ਸੀ। ਸਾਡੇ ਨੇੜੇ ਹੀ ਦੇਵਨਗਰ ਦੇ ਸਬਜ਼ੀ ਵਾਲੇ ਚੌਂਕ 'ਚ ਡਾਕਟਰ ਬੰਗਾਲੀ ਸਾਡਾ ਫੈਮਿਲੀ ਡਾਕਟਰ ਰਹਿੰਦਾ ਸੀ। ਉਸ ਨੂੰ ਬੁਲਾ ਕੇ ਲਿਆਂਦਾ ਗਿਆ। ਮੈਨੂੰ ਦੇਖਦਿਆਂ ਸਾਰ उसने सलाह दी, इसके ठीक होते ही इसको इसके पेरेंट्स के पास भेज दो। सो कुछ दिनों पिछों जदों मैं ठीक हो गई, घर दे मैनू पटियाले छड्ड आए। फिर 7-8 महीने मैं उत्थे ही रही। मेरे पति देव नू उन्ने दिन पंजाबी लिखनी नहीं सी आउंदी। वो अपने किसी दोस्त कोलों हर हफ्ते चिट्ठी लिखवा के डाक च पाउंदे। मैं उन्हां नू पंजाबी च उत्तर लिखदी। ਉਹ ਉਸੇ ਦੋਸਤ ਕੋਲੋਂ ਪੜ੍ਹਵਾਉਂਦੇ ਜਿਸ ਕੋਲੋਂ ਚਿੱਠੀ ਲਿਖਵਾਉਂਦੇ ਸਨ। ਇਹ ਸਿਲਸਿਲਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਮੈਂ ਮੁੜ ਕੇ ਦਿੱਲੀ ਨਹੀਂ ਆ ਗਈ। 8-9 ਮਹੀਨੇ ਪਿੱਛੋਂ ਮੁੜ ਸਹੁਰੇ ਪੇਕੇ ਦੀ ਸਲਾਹ ਅਨੁਸਾਰ ਮੈਨੂੰ ਮੇਰੇ ਪਤੀ ਫਿਰ ਦਿੱਲੀ ਲੈ ਆਏ। ਹੁਣ ਮੈਂ ਉਸ ਸੀਮਾ ਤੱਕ ਆ ਗਈ ਸਾਂ ਜਿੱਥੇ ਆ ਕੇ ਮਾਪੇ ਆਪਣੀਆਂ ਕੁੜੀਆਂ ਨੂੰ ਜਵਾਨ ਹੋ ਗਈਆਂ ਧੀਆਂ ਮੰਨਦੇ ਹਨ। ਤੁਸੀਂ ਮਾਣਿਆ ਬੱਚਨ ਤੁਹਾਡੀ ਸਵੈ ਜੀਵਨੀ ਭਗਤ ਡੰਡੀਆਂ ਦੇ 5ਵੇਂ ਅਧਿਆਇ ਨੂੰ ਤੇ ਹੁਣ ਵੇਲਾ ਆ ਗਿਆ ਉਹਨਾਂ 3 ਵਿਜੇਤਾਵਾਂ ਦੇ ਨਾਮ ਦੱਸਣ ਦਾ ਜਿਨ੍ਹਾਂ ਨੂੰ ਅਸੀਂ ਚੁਣਿਆ ਹੈ ਸਰਪ੍ਰਾਈਜ਼ ਗਿਫਟ ਦੇ ਲਈ। ਤਾਂ ਫਿਰ ਸਾਡੇ ਅੱਜ ਦੇ ਵਿਜੇਤਾ ਹਨ ਜੀ ਸਰਦਾਰ ਭਗਵੰਤ ਸਿੰਘ ਸੇਠੀ ਜੀ, ਸਿੱਧੂ ਸਿੰਘ ਜੀ ਤੇ ਹਿਰਦੇ ਭਿੰਦਰ ਜੀ। ਤੁਹਾਨੂੰ ਤਿੰਨਾਂ ਨੂੰ ਬਹੁਤ-ਬਹੁਤ ਮੁਬਾਰਕ। ਤੁਹਾਨੂੰ ਤਿੰਨਾਂ ਨੂੰ ਬੇਨਤੀ ਹੈ ਜੀ ਕਿ ਸਾਡੀ ਮੇਲ ਆਈਡੀ ਦਾ trendsetterfilms@gmail.com ਤੇ ਆਪਣਾ ਪੂਰਾ ਐਡਰੈਸ ਤੇ ਫੋਨ ਨੰਬਰ ਸਾਨੂੰ ਲਿਖ ਕੇ ਭੇਜੋ ਤਾਂ ਜੋ ਅਸੀਂ ਤੁਹਾਡੇ ਘਰਾਂ 'ਚ ਟ੍ਰੈਂਡਸੈਟਰ ਪੰਜਾਬੀ ਵੱਲੋਂ ਤੁਹਾਨੂੰ ਪਹੁੰਚਾ ਸਕੀਏ ਸਰਪ੍ਰਾਈਜ਼ ਗਿਫਟ। ਤੇ ਹੁਣ ਵਾਰੀ ਹੈ ਜੀ ਤੀਜੇ ਤੇ ਚੌਥੇ ਭਾਗ ਦੇ ਪ੍ਰਸ਼ਨਾਂ ਦੀ। ਤੀਜੇ ਭਾਗ 'ਚੋਂ ਪ੍ਰਸ਼ਨ ਹੈ, ਭਾਈ ਜੀ ਭਾਵ ਲੇਖਕਾ ਦੇ ਪਿਤਾ ਜੀ ਨੇ ਲੇਖਕਾ ਨੂੰ ਮੁਰਗਾ ਬਣਨ ਦੀ ਸਜ਼ਾ ਕਿਉਂ ਦਿੱਤੀ। ਚੌਥੇ ਭਾਗ 'ਚੋਂ ਪ੍ਰਸ਼ਨ ਹੈ, ਲੇਖਕਾ ਦੇ ਬਾਈ ਜੀ ਭਾਵ ਪਿਤਾ ਜੀ ਦੇ ਸਾਹੇ ਚਿੱਠੀ 'ਚ ਸਰੋਂ ਦੀ ਮੁੱਠੀ ਪਾਉਣ ਤੋਂ ਕੀ ਭਾਵ ਹੈ। ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਤੇ ਨਾਲ ਬੈਲ ਆਈਕਨ ਨੂੰ ਦਬਾਉਣਾ ਵੀ ਨਾ ਭੁੱਲਿਓ। ਚੰਗਾ ਲੱਗਾ ਤਾਂ ਸ਼ੇਅਰ ਲਾਈਕ ਵੀ ਜ਼ਰੂਰ ਕਰ ਦੇਣਾ। ਸੋ ਦੋਸਤੋ ਹੁਣ ਵੇਲਾ ਹੋ ਗਿਆ ਤੁਹਾਡੇ ਤੋਂ ਵਿਦਾ ਲੈਣ ਦਾ, ਇਸ ਵਾਅਦੇ ਨਾਲ ਕਿ ਅਗਲਾ ਐਪੀਸੋਡ ਬਹੁਤ ਜਲਦ ਲੈ ਕੇ ਆਵਾਂਗੀ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।